ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਲੜੀਵਾਰ ਕਥਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਬਿਸੰਬਰ ਦਾਸ ਉਜੈਨ ਦੇ ਰਹਿਣ ਵਾਲੇ ਨੂੰ ਜੋ ਉਪਦੇਸ਼ ਦੇ ਰਹੇ ਹਨ। ਇਸ ਦਾ ਪੁੱਤਰ ਹਰਗੋਪਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਬੈਠਾ ਹੋਇਆ ਹੈ। ਇਹ ਸਾਧ ਸੰਗਤ ਜੀ ਹਨ ਤਾਂ ਬ੍ਰਾਹਮਣ, ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਨਾਲ ਜੁੜੇ ਹੋਏ ਹਨ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਪ੍ਰਾਪਤ ਹੈ ਬਿਸੰਬਰ ਦਾਸ ਨੂੰ। ਗਰੀਬ ਨਿਵਾਜ ਸਤਿਗੁਰੂ ਜੀ ਨੇ ਹੁਣ ਅੰਮ੍ਰਿਤ ਦੀ ਦਾਤ ਇਹਨਾਂ ਨੂੰ ਬਖਸ਼ਿਸ਼ ਕਰਨੀ ਹੈ, ਸਿੰਘ ਪਦਵੀ ਬਖਸ਼ਿਸ਼ ਕਰਨੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਿਸੰਬਰ ਦਾਸ ਨੂੰ ਦੱਸਿਆ ਕਿ ਕਿਸ ਕਿਸ ਸਮੇਂ ਅਰਦਾਸ ਕਰਨੀ ਚਾਹੀਦੀ ਹੈ। ਜਾਣੋ ਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ, ਸਵਾਸ ਸਵਾਸ ਹੀ ਗੁਰੂ ਦਾ ਆਸਰਾ ਲੈ ਕਰਕੇ ਚੱਲਣਾ ਚਾਹੀਦਾ ਹੈ। ਖਿਨ ਖਿਨ ਸਤਿਗੁਰੂ ਦੀ ਓਟ ਲੈਣੀ ਚਾਹੀਦੀ ਹੈ। ਸੰਸਾਰ ਦੇ ਅੰਦਰ ਜੀਵ ਆਪੋਂ ਕੁਝ ਵੀ ਨਹੀਂ ਕਰ ਸਕਦਾ, ਗੁਰੂ ਆਸਰੇ ਹੀ ਸਾਰੇ ਕਾਰਜ ਸੌਰਦੇ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 61 ਅਰਦਾਸਾਂ ਤੱਕ ਦੱਸਿਆ ਸੀ ਕਿ ਕਿਸ ਪ੍ਰਕਾਰ ਅਰਦਾਸਾਂ ਕਰੇ, ਕਿਹੜੀ ਕਿਹੜੀ ਕਿਵੇਂ ਕਿਵੇਂ ਅਰਦਾਸ ਕਰੇ। ਹੁਣ ਮਹਾਰਾਜ ਅੱਗੇ 62ਵੀਂ ਅਰਦਾਸ ਜਿਹੜੀ ਆ ਉਹ ਦੱਸ ਰਹੇ ਹਨ। 101 ਅਰਦਾਸਾਂ ਸਾਧ ਸੰਗਤ ਜੀ ਆਉਣਗੀਆਂ। 61 ਅਰਦਾਸਾਂ ਆਪ ਜੀ ਨੇ ਸਰਵਣ ਕਰ ਲਈਆਂ ਹਨ। ਅੱਗੇ ਜਿਵੇਂ 62ਵੀਂ ਅਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਪਿਆਰ ਨਾਲ ਇਕਾਗਰ ਚਿੱਤ ਹੋ ਕਰਕੇ ਸਰਵਣ ਕਰੀਏ। ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ। ਗੁਰ ਪਗ ਵਿਸਰਾਮ ਠਹਿਰੇ ਮਨ ਧਿਆਨ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ 62ਵੀਂ ਅਰਦਾਸ ਇਹ ਕਰੇ ਕਿ ਜੇ ਧਿਆਨ ਨਾ ਟਿਕੇ ਫਿਰ ਸਤਿਗੁਰੂ ਦਾ ਆਸਰਾ ਲਵੇ। ਚਰਨਾਂ ਵਿੱਚ ਅਰਦਾਸ ਇਹ ਕਰੇ, ਸੱਚੇ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਚਰਨਾਂ ਵਿੱਚ ਮੇਰਾ ਧਿਆਨ ਨਹੀਂ ਟਿਕਦਾ। ਗਰੀਬ ਨਿਵਾਜ ਸਤਿਗੁਰੂ ਤੁਸੀਂ ਮੇਰੀ ਯਾਦ ਚਿੱਤ ਨਹੀਂ ਆਉਂਦੇ, ਕਿਰਪਾ ਕਰਕੇ ਮਹਾਰਾਜ ਐਸੀ ਮਿਹਰ ਕਰੋ ਕਿ ਤੁਹਾਡੇ ਸਰੂਪ ਦਾ ਧਿਆਨ ਜਿਹੜਾ ਹੈ ਮੇਰੇ ਚਿੱਤ ਵਿੱਚ ਵਸੇ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਹਾਡੀ ਯਾਦ ਮੇਰੀ ਚਿੱਤ ਵਿੱਚ ਰਹੇ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜੇ ਸਤਿਗੁਰੂ ਜੀ ਦੇ ਇਤਿਹਾਸ ਨੂੰ ਇਹੀ ਜਾਣਦੇ ਆ ਕਿ ਹੋ ਆਈਆਂ ਗੱਲਾਂ ਹਨ, ਬੀਤ ਚੁੱਕਿਆ ਸਮਾਂ ਹੈ, ਤੇ ਸਾਧ ਸੰਗਤ ਜੀ ਇਹੀ ਜਾਣ ਕੇ ਆਪਣੇ ਮਨੋਂ ਭੁਲਾ ਕੇ ਸਿੱਖੀ ਨਹੀਂ ਧਾਰਨ ਕਰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਐਸਾ ਵੀ ਸਿੱਖ ਅਰਦਾਸ ਹੀ ਕਰੇ, ਸੱਚੇ ਪਾਤਸ਼ਾਹ ਮਹਾਰਾਜ ਮੇਰੇ ਚਿੱਤ ਵਿੱਚ ਵਸੋ। ਗਰੀਬ ਨਿਵਾਜ ਸਤਿਗੁਰੂ ਮੇਰੇ ਮਨ ਦੇ ਅੰਦਰ ਤੁਹਾਡੇ ਚਰਨਾਂ ਦਾ ਧਿਆਨ ਲੱਗ ਜਾਵੇ। ਤਰਨ ਕੀ ਤਰਨਾਏ ਸਤ ਗੁਰ ਸਹਾਏ। ਫਿਰ ਤਰਨ ਜਵਾਨ ਦੀ ਜਵਾਨੀ ਬਚਾਉਣ ਵਾਸਤੇ ਮਹਾਰਾਜ ਜੀ ਦੀ ਸਹਾਇਤਾ ਵਾਸਤੇ ਅਰਦਾਸ ਕਰੇ। ਜਿਸ ਸਮੇਂ ਧੀ ਪੁੱਤਰ ਜਵਾਨ ਹੋ ਜਾਵੇ ਤਾਂ ਇਹ ਅਰਦਾਸ ਕਰੇ, ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਮਹਾਰਾਜ ਸਾਡੀ ਲਾਜ ਰੱਖਿਓ, ਪਤ ਰੱਖਿਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਦੇ ਸਿੱਖ ਅਖਵਾਉਣੇ ਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਜਵਾਨੀ ਨੂੰ ਗੁਰਮਤਿ ਦੀ ਸੇਧ ਬਖਸ਼ਦੇ ਰਹੋ। ਆਪਣੀ ਹੀ ਜਵਾਨੀ ਵਾਸਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ, ਕਿਉਂਕਿ ਤਰਨ ਅਵਸਥਾ ਜਿਹੜੀ ਹੁੰਦੀ ਹੈ ਇਹ ਔਗਣਾਂ ਤੇ ਪਾਪਾਂ ਵੱਲ ਬਹੁਤ ਛੇਤੀ ਪ੍ਰਵਿਰਤ ਹੁੰਦੀ ਹੈ। ਤੇ ਸਾਧ ਸੰਗਤ ਜੀ ਜੇ ਭਗਤੀ ਤੇ ਸਿਮਰਨ ਕਰਨਾ ਹੋਵੇ ਤਾਂ ਵੀ ਤਰਨ ਅਵਸਥਾ ਜਵਾਨੀ ਦੀ ਅਵਸਥਾ ਹੀ ਸਭ ਤੋਂ ਉੱਤਮ ਹੈ, ਕਿਉਂਕਿ ਜਵਾਨ ਹੁੰਦਿਆਂ ਜਿੰਨਾ ਸਰੀਰ ਦੇ ਨਾਲ ਜਪ ਤਪ ਹੱਠ ਕਰ ਸਕੀਦਾ ਹੈ ਉਹਨਾਂ ਫਿਰ ਬਿਰਧ ਅਵਸਥਾ ਦੇ ਵਿੱਚ ਜਾ ਕਰਕੇ ਨਹੀਂ ਹੁੰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਇਸ ਪ੍ਰਕਾਰ ਆਪਣੀ ਜਵਾਨੀ ਜਾਂ ਆਪਣੇ ਧੀਆਂ ਪੁੱਤਰਾਂ ਦੀ ਜਵਾਨ ਦੀ ਅਵਸਥਾ ਵੇਖ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰੇ, ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਸਹਾਇਤਾ ਕਰਨੀ ਹੈ, ਤੁਸੀਂ ਮਹਾਰਾਜ ਸੰਸਾਰ ਵਿੱਚ ਲਾਜ ਰੱਖਣੀ ਹੈ। ਚੱਕਰ ਧਾਰਨੈ ਮਨ ਮੈਣ ਪੂਰਾ ਦਿਨ ਰਹਿਣ। ਫਿਰ ਮਹਾਰਾਜ ਕਹਿੰਦੇ ਹਨ 64ਵੀਂ ਅਰਦਾਸ ਇਹ ਕਰੇ ਕਿ ਜੇ ਇੰਨਾ ਅਮੀਰ ਹੋਵੇ ਕਿ ਨੌਕਰ ਰੱਖੇ ਹੋਣ ਤਾਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੇ, ਸੱਚੇ ਪਾਤਸ਼ਾਹ ਮੇਰਾ ਮਨ ਮੋਮ ਵਰਗਾ ਨਰਮ ਰੱਖਿਓ। ਕਦੇ ਆਪਣਾ ਨੌਕਰ ਜਾਣ ਕੇ ਮੈਂ ਇਹਦੇ ਉੱਤੇ ਕਹਿਰ ਨਾ ਢਾਵਾਂ, ਹੁਕਮ ਹੀ ਨਾ ਚਲਾਉਂਦਾ ਰਹਾਂ, ਕਦੇ ਬੋਲ ਬੋਲ ਕੇ ਕੌੜਾ ਇਹਦਾ ਮਨ ਹੀ ਨਾ ਢਾਈ ਜਾਵਾਂ। ਤੁਹਾਡਾ ਸਰੂਪ ਮੈਨੂੰ ਹਰ ਥਾਂ ਤੇ ਦੱਸੇ, ਪੂਰ ਦਿਨ ਰਹਿਣ, ਰਾਤ ਦਿਨ ਹੀ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਸ਼ਕਤੀ ਰਮਦੀ ਹੋਈ ਦਿਖਾਈ ਦਿੰਦੀ ਰਹੇ। ਮਹਾਰਾਜ ਮੈਂ ਆਪਣੇ ਤੋਂ ਨੀਵਾਂ ਜਾਣ ਕੇ ਜਾਂ ਆਪਣਾ ਨੌਕਰ ਜਾਣ ਕੇ ਉਸ ਦੇ ਉੱਤੇ ਤਸ਼ੱਦਦ ਨਾ ਢਾਵਾਂ,
ਗਰੀਬ ਨਿਵਾਜ ਮੇਰਾ ਜਿਹੜਾ ਮਨ ਹੈ ਮੋਮ ਵਰਗਾ ਨਰਮ, ਦਇਆਵਾਨ ਮਹਾਰਾਜ ਬਖਸ਼ਿਸ਼ ਕਰਿਓ ਜੀ। ਬੈਸਠੀ ਅਮਾਨ ਸੁਚਾਏ ਸਤਿਗੁਰ ਸਹਾਏ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ 65ਵੀਂ ਅਰਦਾਸ ਕਰੇ, ਜੇ ਕਿਸੇ ਨੇ ਅਮਾਨਤ ਰੱਖਣ ਵਾਸਤੇ ਦਿੱਤੀ ਹੋਵੇ ਕੋਈ ਵਸਤੂ, ਉਹ ਤਾਂ ਫਿਰ ਉਸ ਦੀ ਅਮਾਨਤ ਹੈ ਨਾ, ਉਸ ਨੂੰ ਵਾਪਸ ਦੇਣੀ ਚਾਹੀਦੀ ਹੈ। ਤੇ ਇਸ ਪ੍ਰਕਾਰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੇ, ਮਹਾਰਾਜ ਇਹ ਅਮਾਨਤ ਮੈਨੂੰ ਰੱਖਣ ਵਾਸਤੇ ਦਿੱਤੀ ਹੈ, ਮੈਂ ਇਸ ਅਮਾਨਤ ਦੇ ਰੱਖਣ ਵਿੱਚ ਸਚਿਆਰ ਰਹਾ। ਮਹਾਰਾਜ ਮੇਰਾ ਚਿੱਤ ਨਾ ਡੋਲੇ, ਭਾਵੇਂ ਉਸ ਨੂੰ ਦਬਾ ਲਵੇ ਤਾਂ ਕੋਈ ਪੁੱਛਣ ਜੋਗਾ ਨਹੀਂ, ਕੋਈ ਆਉਣ ਆ ਕਰਕੇ ਤੇਰੇ ਨਾਲ ਗੱਲ ਕਰਨ ਜੋਗਾ ਨਹੀਂ, ਪਰ ਕਿਸੇ ਦੀ ਅਮਾਨਤ ਹੈ, ਕਿਸੇ ਦੀ ਕੋਈ ਮਾਇਆ ਹੈ, ਕਿਸੇ ਦਾ ਕੋਈ ਪਦਾਰਥ ਹੈ, ਉਸ ਨੂੰ ਦਬਾਉਣਾ ਨਹੀਂ ਚਾਹੀਦਾ। ਮਹਾਰਾਜ ਕਹਿੰਦੇ ਨੇ ਸਿੱਖ ਨੂੰ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਮਹਾਰਾਜ ਅਮਾਨਤ ਵਿੱਚ ਮੈਨੂੰ ਸਚਿਆਰ ਰੱਖਿਓ, ਜਿਸ ਤਰ੍ਹਾਂ ਮੈਂ ਲਈ ਹੈ ਉਸੇ ਤਰ੍ਹਾਂ ਹੀ ਵਾਪਸ ਦੇ ਦੇਵਾਂ। ਅਮਲ ਸੁਖ ਦਾਏ ਤਨ ਸੁਖ ਛਾਏ। ਫਿਰ ਮਹਾਰਾਜ ਮੈਨੂੰ ਨਾਮ ਦਾ ਇਹੋ ਜਿਹਾ ਅਮਲ ਲਾ ਦਿਓ ਕਿ ਮੇਰੇ ਤਨ ਸਰੀਰ ਵਿੱਚ ਸਦਾ ਹੀ ਸੁਖ ਛਾਇਆ ਰਹੇ। ਨਾਮ ਦਾ ਅਮਲ ਸਾਧ ਸੰਗਤ ਜੀ ਜਿਹੜਾ ਸਰੀਰ ਨੂੰ ਸੁਖਦਾਈ ਕਰ ਦਿੰਦਾ ਹੈ, ਮਨ ਨੂੰ ਸੁਖਦਾਈ ਕਰ ਦਿੰਦਾ ਹੈ। ਸਤਿਗੁਰੂ ਜੀ ਨੇ ਕਿਹਾ ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਨਾਮ ਦਾ ਨਸ਼ਾ ਮੰਗਣ ਵਾਸਤੇ ਸਤਿਗੁਰੂ ਜੀ ਕਹਿੰਦੇ ਅਰਦਾਸ ਕਰੇ, ਸੱਚੇ ਪਾਤਸ਼ਾਹ ਮੇਰੇ ਸਰੀਰ ਨੂੰ ਸੁਖਦਾਈ ਕਰ ਦਿਓ, ਆਪਣੇ ਨਾਮ ਦਾ ਅਮਲ ਲਾ ਦਿਓ ਜੀ। 67 ਮੇਠਾਰ ਗੁਰੂ ਕਰੇ ਸੇ ਠਾਰ। ਫਿਰ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਗੁਰੂ ਸਾਹਿਬ ਕਹਿੰਦੇ ਕਿਤੇ ਕੌੜਿਆਂ ਨਾਲ ਮਨਮੁਖਾਂ ਨਾਲ ਵਾਹ ਪਵੇ ਤਾਂ ਫਿਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹਿਲਾਂ ਤਾਂ ਭਲੇ ਵਾਸਤੇ ਅਰਦਾਸ ਕਰੇ। ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਇਸ ਪ੍ਰਕਾਰ ਕੌੜਿਆਂ ਨੂੰ ਮੇਰਠ ਮਿੱਠੇ ਬਣਾ ਸਕਦੇ ਹੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਸਮਤ ਬਖਸ਼ੋ ਕਿ ਇਹਨਾਂ ਦੇ ਹਿਰਦੇ ਵਿੱਚ ਮਿਠਾਸ ਆਵੇ, ਬੋਲੀ ਦੇ ਵਿੱਚ ਮਿਠਾਸ ਆਵੇ। ਫਿਰ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਕਿ ਕਮਾਦ ਆਦਿਕ ਦਾ ਖੇਤ ਹੋਵੇ ਤੇ ਉਸ ਦੀ ਖੇਤੀ ਵਾਸਤੇ ਜਿਹੜੇ ਹਨ ਸਾਧ ਸੰਗਤ ਜੀ ਕੌੜੇ ਜਿਹੜੇ ਇਸ ਪ੍ਰਕਾਰ ਗੰਨੇ ਹੁੰਦੇ ਆ ਉਹਨਾਂ ਤੋਂ ਫਲ ਨਹੀਂ ਪ੍ਰਾਪਤ ਹੁੰਦਾ। ਮਹਾਰਾਜ ਕਹਿੰਦੇ ਖੇਤੀ ਦੀ ਮਿਠਾਸ ਵਾਸਤੇ ਵੀ ਗੁਰੂ ਚਰਨਾਂ ਵਿੱਚ ਹੀ ਅਰਦਾਸ ਕਰੇ, ਕਿਉਂਕਿ ਮਹਾਰਾਜ ਕੌੜਿਆਂ ਤੋਂ ਮਿੱਠੇ ਕਰ ਸਕਦੇ ਹਨ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਸਥਾਨ ਗੁਰਦੁਆਰਾ ਰੀਠਾ ਸਾਹਿਬ ਵਿਦਿਆਮਾਨ ਹੈ। ਰੀਠੇ ਸਦਾ ਹੀ ਕੌੜੇ ਹੁੰਦੇ ਆ, ਪਰ ਜਗਤ ਗੁਰੂ ਜੀ ਜਿਸ ਰੀਠੇ ਥੱਲੇ ਬੈਠੇ ਸਨ ਅੱਜ ਵੀ ਉਸ ਨੂੰ ਮਿੱਠੇ ਹੀ ਰੀਠੇ ਲੱਗਦੇ ਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਉਹ ਰੀਠਾ ਅਜੇ ਵੀ ਇਹੋ ਜਿਹੇ ਮਿੱਠੇ ਹੀ ਫਲ ਦਿੰਦਾ ਤੇ ਸੰਗਤਾਂ ਉੱਥੋਂ ਰੀਠੇ ਦੇ ਪ੍ਰਸ਼ਾਦ ਲਿਆਉਂਦੀਆਂ। ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਅਰਦਾਸ ਕਰੇ, ਮਹਾਰਾਜ ਕੌੜਿਆਂ ਨੂੰ ਆਪ ਜੀ ਮਿੱਠੇ ਕਰ ਦੇਵੋ ਜੀ। 68 ਮੋਦੀ ਖਾਨੇ ਮੈਂ ਮੁਲਕ ਮਾਲਕ ਸੁਖ ਕਾਤ ਲਾਗ। ਫਿਰ ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ ਕਿ ਅੱਗੇ ਅਰਦਾਸ ਕਰੇ, ਜੇ ਤਾਂ ਸਰਕਾਰੀ ਕੋਈ ਵਿਹਾਰ, ਸਰਕਾਰੀ ਕੋਈ ਉੱਚ ਦਰਜੇ ਦੀ ਨੌਕਰੀ ਪ੍ਰਾਪਤ ਹੋ ਜਾਵੇ। ਮਹਾਰਾਜ ਜੀ ਨੇ ਮੋਦੀ ਖਾਨੇ ਦਾ ਜ਼ਿਕਰ ਕੀਤਾ ਹੈ। ਪਿਛਲੇ ਸਮੇਂ ਦੇ ਵਿੱਚ ਨਾ ਕੋਈ ਜਿਹੜੇ ਨਵਾਬ ਹੁੰਦੇ ਸਨ ਉਹਨਾਂ ਦੇ ਮੋਦੀ ਖਾਨੇ ਹੁੰਦੇ ਸਨ, ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਮੋਦੀ ਖਾਨੇ ਦੀ ਕਾਰ ਕੀਤੀ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜੇ ਸਰਕਾਰੀ ਕੋਈ ਉੱਚ ਦਰਜੇ ਦੀ ਨੌਕਰੀ ਪ੍ਰਾਪਤ ਹੋ ਜਾਵੇ ਉਦੋਂ ਇਹ ਅਰਦਾਸ ਕਰੇ, ਮਹਾਰਾਜ ਜੀ ਕਿਰਪਾ ਕਰਕੇ ਮੈਨੂੰ ਇਸ ਵਿਹਾਰ ਵਿੱਚ ਸਚਿਆਰ ਰੱਖਿਓ ਤੇ ਮਹਾਰਾਜ ਜਿਹੜਾ ਮੁਲਕ ਦਾ ਮਾਲਕ ਹੈ ਨਾ, ਭਾਵ ਜਿਹੜਾ ਇਥੋਂ ਦਾ ਰਾਜਾ ਹੈ, ਉਹਦੇ ਨਾਲ ਮੇਰੇ ਤਾਲਕ ਜਿਹੜੇ ਸਬੰਧ ਹਨ ਨਾ ਉਹ ਚੰਗੇ ਬਣੇ ਰਹਿਣ। ਕਿਤੇ ਮਹਾਰਾਜ ਮੁਲਕ ਦਾ ਮਾਲਕ ਮੇਰੇ ਤੇ ਖਫੇ ਨਾ ਹੋਵੇ, ਉਹਦੇ ਨਾਲ ਮੇਰੇ ਸਬੰਧ ਜਿਹੜੇ ਉਹ ਠੀਕ ਰਹਿਣ। 69 ਦੀਵਾਨ ਮੈਂ ਸਿਦਕ ਸਾਬਤ ਭਾਵ ਆਗਤ। ਫਿਰ ਮਹਾਰਾਜ ਕਹਿੰਦੇ 69ਵੀਂ ਅਰਦਾਸ ਇਹ ਕਰੇ ਕਿ ਜੇ ਕਿਤੇ ਇਹੋ ਜਿਹੇ ਥਾਵਾਂ ਤੇ ਜਿੱਥੇ ਬਾਦਸ਼ਾਹਾਂ ਦੀਆਂ ਕਚਹਿਰੀਆਂ ਹੋਣ ਜਾਂ ਜਿੱਥੇ ਇਸ ਪ੍ਰਕਾਰ ਅਦਾਲਤਾਂ ਹੋਣ ਉੱਥੇ ਜਾਣਾ ਪਵੇ ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਦੋਂ ਇਹ ਅਰਦਾਸ ਕਰਕੇ ਤੁਰੇ, ਸੱਚੇ ਪਾਤਸ਼ਾਹ ਮਹਾਰਾਜ ਜੀ ਸਭਾ ਦੇ ਵਿੱਚ ਆਪ ਜੀ ਮੇਰੀ ਲਾਜ ਰੱਖਿਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਐਸੀ ਕਿਰਪਾ ਕਰਿਓ ਬਾਹਰੋਂ ਮੇਰਾ ਸਤਿਕਾਰ ਵੀ ਸੰਸਾਰ ਵਿੱਚ ਹੋਵੇ ਪਰ ਅੰਦਰੋਂ ਮੇਰਾ ਸਿਦਕ ਜਿਹੜਾ ਤੁਹਾਡੇ ਚਰਨਾਂ ਵਿੱਚ ਹੀ ਰਹੇ। ਮੇਰਾ ਮਨ ਜਿਹੜਾ ਮਹਾਰਾਜ ਉੱਥੇ ਜਾ ਕਰਕੇ ਇਸ ਪ੍ਰਕਾਰ ਕਚਹਿਰੀ ਦੇ ਵਿੱਚ ਜਾਂ ਸਰਕਾਰ ਦੇ ਇਸ ਪ੍ਰਕਾਰ ਉਸ ਸਥਾਨ ਤੇ ਜਿੱਥੇ ਸਰਕਾਰੀ ਕੋਈ ਕਚਹਿਰੀਆਂ ਲੱਗਦੀਆਂ ਹਨ, ਦਰਬਾਰ ਲੱਗਦੇ ਹਨ, ਉੱਥੇ ਸੱਚੇ ਪਾਤਸ਼ਾਹ ਮਹਾਰਾਜ ਮੇਰੀ ਅੰਦਰ ਦੀ ਬਿਰਤੀ ਤੁਹਾਡੇ ਚਰਨਾਂ ਵਿੱਚ ਰਹੇ ਤੇ ਬਾਹਰੋਂ ਮਹਾਰਾਜ ਆਪ ਜੀ ਦਾ ਸਿੱਖ ਹੋਣ ਕਰਕੇ ਮੈਨੂੰ ਮਾਣ ਵੀ ਬਖਸ਼ੋ ਜੀ। 70
ਧਿਆਨ ਮੈਂ ਅਗਨ ਸੂਰ ਬੱਪ ਮੇਰਾ ਪੂਰ। ਫਿਰ 70ਵੀਂ ਅਰਦਾਸ ਹੈ, ਜਦੋਂ ਧਿਆਨ ਜੋੜੇ ਤੇ ਧਿਆਨ ਵਾਸਤੇ ਸਿਮਰਨ ਵਾਸਤੇ ਅਰਦਾਸ ਕਰੇ ਸੱਚੇ ਪਾਤਸ਼ਾਹ ਜਿਵੇਂ ਸੂਰਜ ਪ੍ਰਤਾਪੀ ਹੁੰਦਾ ਹੈ, ਜਿਵੇਂ ਅਗਨ ਦਾ ਬੜਾ ਪ੍ਰਤਾਪ ਹੈ ਸੱਚੇ ਪਾਤਸ਼ਾਹ, ਇਵੇਂ ਮੇਰੇ ਸਰੀਰ ਨੂੰ ਪ੍ਰਤਾਪ ਬਖਸ਼ੋ। ਇਵੇਂ ਮਹਾਰਾਜ ਮੇਰੇ ਮਨ ਨੂੰ ਸੂਰਜਵਤ ਗਿਆਨ ਬਖਸ਼ੋ, ਜਿਵੇਂ ਸੂਰਜ ਚੜ੍ਹਦਾ ਹੈ ਤੇ ਸਾਰਾ ਹੀ ਹਨੇਰਾ ਨਾਸ਼ ਕਰ ਦਿੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ, ਮੈਂ ਤੁਹਾਡਾ ਨਾਮ ਜਪਦਾ ਹਾਂ, ਕਿਰਪਾ ਕਰਕੇ ਮਹਾਰਾਜ ਮੇਰਾ ਮਾਰਗਦਰਸ਼ਨ ਕਰੋ। ਗਰੀਬ ਨਵਾਜ ਸਤਿਗੁਰੂ, ਮੇਰੇ ਸਰੀਰ ਦੇ ਅੰਦਰ ਅਗਨੀਵਤ ਤੇਜ ਪ੍ਰਤਾਪ ਜਿਹੜਾ ਬਖਸ਼ਿਸ਼ ਕਰਨਾ ਕਰੋ ਜੀ। 71 ਲੜਾਈ ਮੈਂ ਸੁਖ 60 ਦਿਨ ਰਾਤ 8 ਦਿਨ ਮੈਂ। ਮਹਾਰਾਜ ਕਹਿੰਦੇ ਜੇ ਇਸ ਪ੍ਰਕਾਰ ਧਰਮ ਯੁੱਧ ਵਾਸਤੇ ਜਾਵੇ, ਕੋਈ ਲੜਾਈ ਝਗੜਾ ਸਿਰ ਗਲੇ ਪੈ ਜਾਵੇ ਜਾਂ, ਤਾਂ ਉਸ ਸਮੇਂ ਮਹਾਰਾਜ ਕਹਿੰਦੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੁਖ ਸ਼ਾਂਤ ਵਾਸਤੇ ਅਰਦਾਸ ਕਰੇ। ਸੱਚੇ ਪਾਤਸ਼ਾਹ ਮਹਾਰਾਜ ਜੀ, ਮੈਨੂੰ ਤਾਂ 8 ਪਹਿਰ ਹੀ ਤੁਹਾਡਾ ਆਸਰਾ ਹੈ, ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਰੱਖਿਆ ਕਰਿਓ। ਆਪਣੇ ਸਰੀਰ ਦੀ ਸੁਖ ਸਾਂਦ ਵਾਸਤੇ ਮਹਾਰਾਜ ਕਹਿੰਦੇ ਉਸ ਸਮੇਂ ਅਰਦਾਸ ਜ਼ਰੂਰ ਕਰਨਾ ਕਰੇ। 72 ਪਾਲ ਕੀ ਪਾਲ ਸਿੱਖ ਸਦਾ ਸੋ ਖਾਲ। ਫਿਰ ਮਹਾਰਾਜ ਕਹਿੰਦੇ 72ਵੀਂ ਅਰਦਾਸ ਇਹ ਹੈ ਕਿ ਜੇ ਸੁਖ ਸੰਪਦਾ ਬਹੁਤ ਜ਼ਿਆਦੀ ਹੋਵੇ, ਪਾਲਕੀ ਦੇ ਵਿੱਚ ਚੜ੍ਹਨਾ ਹੋਵੇ, ਤਾਂ ਪਾਲਕੀ ਦੇ ਉਸਨਾਂ ਮਖਮਲੀ ਗੱਦਿਆਂ ਦੇ ਉੱਤੇ ਬਹਿ ਕਰਕੇ ਵੀ ਅਰਦਾਸ ਕਰੇ, ਮਹਾਰਾਜ ਮੈਨੂੰ ਕਿਤੇ ਭੁੱਲਿਓ ਨਾ। ਸੱਚੇ ਪਾਤਸ਼ਾਹ ਮਹਾਰਾਜ ਜੀ, ਮੈਨੂੰ ਯਾਦ ਰਿਓ ਇਹਨਾਂ ਸੁੱਖਾਂ ਵਿੱਚ ਤੇ ਮੈਨੂੰ ਤੁਹਾਡੀ ਯਾਦ ਨਾ ਭੁੱਲ ਜਾਵੇ ਜੀ। 73 ਪਾਪ ਪੇਲ ਤਰਕ ਤੇਲ ਪੀੜਨ ਮਹਿ। ਫਿਰ ਮਹਾਰਾਜ ਕਹਿੰਦੇ ਕਿੰਨੀਆਂ ਪ੍ਰਕਾਰ ਦੀਆਂ ਪੀੜਾਂ ਗਿਣ ਲਓ, ਜੋ ਅਨੇਕਾਂ ਹੀ ਪ੍ਰਕਾਰ ਦੇ ਦਰਦ ਤੇ ਪੀੜਾਂ ਜਿਹੜੀਆਂ ਸਰੀਰ ਕਰਕੇ ਮੰਨੀਆਂ ਜਾਂਦੀਆਂ ਜਾਂ ਮਨ ਕਰਕੇ ਮੰਨੀਆਂ ਜਾਂਦੀਆਂ ਹਨ, ਉਹਨਾਂ ਵਾਸਤੇ ਮਹਾਰਾਜ ਕਹਿੰਦੇ ਨੇ ਇਹ ਬਸੰਬਰ ਦਾਸ ਜਿਹੜੇ ਹਨ ਬ੍ਰਾਹਮਣ ਤੋਂ ਤਾਂ ਇਸ ਪ੍ਰਕਾਰ ਗ੍ਰਹਾਂ ਦੀ ਸੇਵਾ ਕਰਨ ਵਾਸਤੇ ਕਹਿੰਦੇ ਆ ਤੇਰੇ ਤੇ ਰਾਹੂ ਭਾਰੂ ਹੈ, ਤੇਰੇ ਤੇ ਕੇਤੂ ਭਾਰੂ ਹੈ, ਇਸ ਪ੍ਰਕਾਰ ਤੇਰੇ ਤੇ ਸ਼ਨੀ ਗ੍ਰਹਿ ਭਾਰੂ ਹੈ, ਤੂੰ ਏਦਾਂ ਤੇਲ ਚੜਾਇਆ ਕਰ, ਤੂੰ ਇਸ ਪ੍ਰਕਾਰ ਆ ਪੇੜੇ ਦਿਆ ਕਰ। ਇਸ ਪ੍ਰਕਾਰ ਦੀਆਂ ਜਿਹੜੀਆਂ ਗੱਲਾਂ ਦੱਸਣੀਆਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ ਉੱਤੇ ਤਰਕ ਕਰੇ ਗੁਰੂ ਕਾ ਸਿੱਖ, ਤੇ ਕਦਾਚਿਤ ਵੀ ਕੋਈ ਪੀੜਾ ਹੋਵੇ, ਕੋਈ ਦੁੱਖ ਹੋਵੇ, ਗ੍ਰਹਿਾਂ ਦੀ ਪੂਜਾ ਨਾ ਕਰੇ। ਇਸ ਪ੍ਰਕਾਰ ਗੁੱਗਿਆਂ ਤੇ ਪੀਰਾਂ ਤੇ ਜਾ ਕਰਕੇ ਤੇਲ ਨਾ ਚੜਾਵੇ, ਗੁਰੂ ਚਰਨਾਂ ਵਿੱਚ ਹੀ ਅਰਦਾਸ ਕਰਨਾ ਕਰੇ। ਕਿਸੇ ਵੀ ਪੀੜਾ ਵਾਸਤੇ, ਕਿਸੇ ਵੀ ਦੁੱਖ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੀ ਅਰਦਾਸ ਕਰੇ। 74 ਵਰਨ ਕਾ ਆਗਮ ਅਤੁਲ ਜਲ ਆਗਮ। ਸਾਧ ਸੰਗਤ ਜੀ, ਇਹ ਫਾਰਸੀ ਦੇ ਸ਼ਬਦ ਹਨ, ਸਤਿਗੁਰੂ ਜੀ ਨੇ ਕਹੇ। ਗਰੀਬ ਨਵਾਜ ਸਤਿਗੁਰੂ ਕਹਿੰਦੇ ਨੇ ਅੱਗੇ ਇਹ ਅਰਦਾਸ ਕਰੇ। ਕਈਆਂ ਥਾਵਾਂ ਤੇ ਸਾਧ ਸੰਗਤ ਜੀ ਜਦੋਂ ਪਾਣੀ ਚੜ੍ਹਦਾ ਹੈ ਨਾ, ਸਲਾਬ ਦੇ ਨਾਲ ਹੀ ਖੇਤੀ ਹੁੰਦੀ ਹੈ, ਤੇ ਜੇ ਪਾਣੀ ਉੱਥੇ ਸਲਾਬ ਦੇ ਸਹਿਤ ਨਾ ਚੜੇ ਤੇ ਖੇਤੀਆਂ ਸੁੱਕੀਆਂ ਹੀ ਰਹਿ ਜਾਂਦੀਆਂ ਹਨ। ਸਤਿਗੁਰੂ ਜੀ ਕਹਿੰਦੇ ਹਨ ਜੇ ਪਾਣੀ ਨਾ ਚੜ੍ਹਦਾ ਹੋਵੇ, ਉਹ ਸਲਾਬ ਨਾ ਆਉਂਦੀ ਹੋਵੇ, ਖੇਤੀ ਸੁੱਕੀ ਰਹਿ ਜਾਵੇ, ਤਾਂ ਗੁਰੂ ਚਰਨਾਂ ਵਿੱਚ ਅਰਦਾਸ ਕਰੇ, ਮਹਾਰਾਜ ਕਿਰਪਾ ਕਰਕੇ ਸਤਿਗੁਰੂ ਇੱਥੇ ਜਲ ਦੀ ਬਖਸ਼ਿਸ਼ ਕਰੋ। ਗਰੀਬ ਨਵਾਜ ਸੱਚੇ ਪਾਤਸ਼ਾਹ ਇਸ ਖੇਤੀ ਨੂੰ ਹਰਿਆਂ ਕਰ ਦਿਓ, ਤਾਂ ਜੋ ਫਿਰ ਸਾਰਿਆਂ ਥਾਵਾਂ ਤੇ ਰਾਗਮ ਜਿਹੜਾ ਇਹ ਫਾਰਸੀ ਦਾ ਸ਼ਬਦ ਹੈ ਕਿ ਹਰਿਆਵਲਤਾ ਛਾ ਜਾਵੇ, ਖੇਤੀ ਹਰੀ ਭਰੀ ਹੋ ਜਾਵੇ। 75 ਸਿਰ ਮੁਕਟ ਕੀ ਲਾਜ ਬਿਰਦ ਤਬ ਸਾਜ। ਫਿਰ ਮਹਾਰਾਜ ਕਹਿੰਦੇ ਨੇ ਕਿ ਇਸ ਪ੍ਰਕਾਰ 75ਵੀਂ ਅਰਦਾਸ ਇਹ ਹੈ ਕਿ ਸੀਸ ਤੇ ਬੱਜੀ ਹੋਈ ਦਸਤਾਰ ਦੀ ਲਾਜ ਵਾਸਤੇ ਅਰਦਾਸ ਕਰੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਆਪ ਨੇ ਮੈਨੂੰ ਸਿੱਖੀ ਬਖਸ਼ਿਸ਼ ਕੀਤੀ ਹੈ, ਤੁਹਾਡੀ ਬਖਸ਼ੀ ਹੋਈ ਦਸਤਾਰ ਸੱਚੇ ਪਾਤਸ਼ਾਹ ਮੈਂ ਸੀਸ ਤੇ ਸਜਾਉਣਾ ਹਾਂ। ਗਰੀਬ ਨਵਾਜ ਸਤਿਗੁਰੂ ਕਿਰਪਾ ਕਰਕੇ ਇਸ ਦਸਤਾਰ ਦੀ ਲਾਜ ਰੱਖਿਓ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸੰਸਾਰ ਦੇ ਅੰਦਰ ਇਸ ਦਸਤਾਰ ਦਾ ਮੈਂ ਮਾਣ ਵਧਾ ਸਕਾਂ, ਕਿਤੇ ਮੇਰੀ ਕੋਈ ਮਾੜੀ ਕਰਤੂਤ ਕਰਕੇ ਮਹਾਰਾਜ ਇਸ ਦਸਤਾਰ ਦੀ ਨਾ ਹੇਠੀ ਹੋਵੇ, ਕਿਉਂਕਿ ਇਹ ਦਸਤਾਰ ਆਪ ਜੀ ਦੀ ਬਖਸ਼ਿਸ਼ ਕੀਤੀ ਹੋਈ ਹੈ। ਸਤ ਸੰਗਤ ਜੀ, ਦਸਤਾਰ ਹੋਵੇ ਤਾਂ ਦੂਰੀ ਦਸਤਾਰ ਮਹਾਰਾਜ ਨੇ ਸਜਾਉਣ ਦਾ ਹੁਕਮ ਕੀਤਾ ਹੈ। ਇਸ ਪ੍ਰਕਾਰ ਕੇਸਕੀ ਹੋਵੇ, ਜਿਵੇਂ ਕੇਸ ਢੱਕਣੇ ਚਾਹੀਦੇ ਹਨ, ਤੇ ਛੋਟਾ ਪਟਕਾ ਜਾਂ ਇਸ ਪ੍ਰਕਾਰ ਛੋਟੀ ਕੇਸਕੀ ਸੀਸ ਤੇ ਜਿਹੜੀ ਆ ਬੰਨਣੀ ਚਾਹੀਦੀ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਮਤਿ ਅਨੁਸਾਰ ਸਾਨੂੰ ਬਖਸ਼ਿਸ਼ ਕੀਤੀ ਹੈ। ਜੋ ਕਿਸ ਪ੍ਰਕਾਰ ਕੋਈ ਮਨ ਅੰਦਰ ਕਿੰਤੂ ਪਰੰਤੂ ਇਸ ਗੱਲ ਦੇ ਉੱਤੇ ਕਰਦਾ ਹੈ ਤਾਂ ਉਹਦੇ ਆਪਣੇ ਮਨ ਦੇ ਵਿਚਾਰ ਹਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦੱਸੀ ਹੋਈ ਮਰਿਆਦਾ ਅਨੁਸਾਰ ਕੇਸਾਂ ਦੇ ਸਤਿਕਾਰ ਵਾਸਤੇ ਕੇਸਕੀ ਤੇ ਦਸਤਾਰ ਜਿਹੜੀ ਹੈ ਬੰਨਣੀ ਜ਼ਰੂਰੀ ਹੈ, ਤੇ ਇਹਦੇ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ 75ਵੀਂ ਅਰਦਾਸ ਹੈ
ਕਿ ਆਪਣੀ ਕੇਸਕੀ ਵਾਸਤੇ, ਆਪਣੇ ਦਸਤਾਰ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੇ, ਕਿਉਂਕਿ ਇਹ ਗੁਰੂ ਸਾਹਿਬ ਦਾ ਨਿਸ਼ਾਨ ਹੈ, ਮਹਾਰਾਜ ਜੀ ਦਾ ਚਿੰਨ੍ਹ ਹੈ। ਦੂਰੋਂ ਹੀ ਸਾਧ ਸੰਗਤ ਜੀ, ਸੰਸਾਰ ਦੇ ਅੰਦਰ ਕੋਈ ਸਿੰਘ ਤੁਰਿਆ ਜਾਂਦਾ ਹੋਵੇ ਤੇ ਉਹਦੀ ਦਸਤਾਰ ਤੋਂ ਪਛਾਣ ਹੁੰਦੀ ਹੈ ਕਿ ਗੁਰੂ ਦਾ ਸਿੰਘ ਜਾ ਰਿਹਾ ਹੈ। ਇਹ ਜਾਣੋ ਕਿ ਜਿਵੇਂ ਗੁਰਦੁਆਰਾ ਸਾਹਿਬ ਦੇ ਉੱਤੇ ਕੇਸਰੀ ਨਿਸ਼ਾਨ ਝੂਲਦਾ ਹੋਇਆ ਨਿਸ਼ਾਨ ਚਿੰਨ੍ਹ ਦੱਸਦਾ ਹੈ, ਖੰਡੇ ਤੋਂ ਪਤਾ ਲੱਗ ਜਾਂਦਾ ਹੈ ਕਿ ਇਮਾਰਤ ਗੁਰਦੁਆਰਾ ਸਾਹਿਬ ਹੈ, ਇਵੇਂ ਹੀ ਦਸਤਾਰ ਤੋਂ ਪਤਾ ਲੱਗ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ ਹੈ। ਇਸ ਪ੍ਰਕਾਰ ਇਸ ਦਸਤਾਰ ਦੇ ਮਾਣ ਵਾਸਤੇ, ਸਤਿਕਾਰ ਵਾਸਤੇ ਅਰਦਾਸ ਕਰੇ, ਕਿਉਂਕਿ ਇਸ ਦਸਤਾਰ ਵਾਸਤੇ ਗੁਰੂ ਪਿਆਰੀ ਸਾਧ ਸੰਗਤ ਜੀ ਅਨੇਕਾਂ ਹੀ ਗੁਰਸਿੱਖਾਂ ਨੇ ਆਪਣਾ ਖੂਨ ਡੋਲ ਕਰਕੇ ਇਸ ਦੇ ਮਾਣ ਨੂੰ ਕਾਇਮ ਰੱਖਿਆ ਹੈ। ਅਨੇਕਾਂ ਹੀ ਸਿੱਖਾਂ ਨੇ ਸ਼ਹਾਦਤ ਦੇ ਕਰਕੇ ਇਸ ਦਸਤਾਰ ਦੇ ਮਾਣ ਨੂੰ ਉੱਪਰ ਚੁੱਕਿਆ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਹੈ ਦਸਤਾਰ ਹੈ। ਇਹਦੇ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਅਰਦਾਸ ਕਰੇ, ਮਹਾਰਾਜ ਸੱਚੇ ਪਾਤਸ਼ਾਹ ਮੇਰਾ ਸਿੱਖੀ ਸਿਦਕ ਜਿਹੜਾ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ। ਸੰਸਾਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਸਿੱਖ ਕਰਕੇ ਮੈਨੂੰ ਜਾਣਿਆ ਜਾਂਦਾ ਹੈ, ਇਸ ਕਰਕੇ ਮੇਰੀ ਦਸਤਾਰ ਦੀ ਲਾਜ ਰੱਖਿਓ। ਜਿਵੇਂ ਸਾਧ ਸੰਗਤ ਜੀ ਬਜ਼ੁਰਗਾਂ ਦੀ ਬਾਬਤ ਵੀ ਇਹੀ ਕਿਹਾ ਜਾਂਦਾ ਹੈ ਨਾ, ਪੁੱਤਰਾਂ ਨੂੰ ਇਹੀ ਸਮਝਾਉਂਦੇ ਆ ਕਿ ਆਪਣੇ ਪਿਤਾ ਦੀ ਪੱਗ ਨੂੰ ਦਾਗ ਨਾ ਲਾਇਓ। ਪੱਗ ਦਾ ਭਾਵ ਮਤਲਬ ਹੁੰਦਾ ਹੈ ਕਿ ਇਸ ਪ੍ਰਕਾਰ ਇੱਜ਼ਤ ਤੇ ਸਤਿਕਾਰ ਸਮਾਜ ਦੇ ਅੰਦਰ ਬਹਾਲ ਰੱਖਣਾ। ਇਹ ਦਸਤਾਰ ਦਾ ਸਾਧ ਸੰਗਤ ਜੀ ਇੱਕ ਚਿੰਨ੍ਹ ਮੰਨਿਆ ਜਾਂਦਾ ਹੈ। ਇਸ ਪ੍ਰਕਾਰ ਜਿਹੜੀ ਔਰਤ ਹੈ, ਦੇਵੀ ਹੈ, ਇਹ ਵੀ ਗੈਰਤ ਦਾ ਚਿੰਨ੍ਹ ਮੰਨੀ ਜਾਂਦੀ ਹੈ। ਆਪਣੀਆਂ ਧੀਆਂ ਨੂੰ, ਆਪਣੇ ਪੁੱਤਰਾਂ ਨੂੰ ਇਹੀ ਦੱਸਿਆ ਜਾਂਦਾ ਹੈ ਕਿ ਆਪਣੇ ਜੀਵਨ ਨੂੰ, ਆਚਰਣ ਨੂੰ ਉੱਚਾ ਰੱਖਣਾ, ਪਿਤਾ ਪੁਰਖਿਆਂ ਦੀ ਪੱਗ ਨੂੰ ਦਾਗ ਨਹੀਂ ਲਾਉਣਾ, ਕਿਉਂਕਿ ਇਹ ਪੱਗ ਜਿਹੜੀ ਹੈ ਸਾਧ ਸੰਗਤ ਜੀ ਇਹ ਗੈਰਤ ਦਾ ਚਿੰਨ੍ਹ ਹੈ, ਅਣਖ ਦਾ ਚਿੰਨ੍ਹ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਅਣਖ ਤੇ ਗੈਰਤ ਵਾਸਤੇ ਗੁਰੂ ਚਰਨਾਂ ਵਿੱਚ ਹੀ ਅਰਦਾਸ ਕਰਨਾ ਕਰੇ। ਦੋਹਰਾ ਸਿੱਖ ਸਖਾ ਸੁਤ ਸਿੱਖ ਮਮ, ਸਿੱਖ ਹਮਾਰਾ ਧਿਆਨ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਸੰਬਰ ਦਾਸ ਜਿਹੜੇ ਆ ਸਿੱਖ ਹਨ, ਗਰੀਬ ਨਵਾਜ ਸਤਿਗੁਰੂ ਕਹਿੰਦੇ ਨੇ ਇਹਨਾਂ ਨੂੰ ਹੀ ਆਪਣਾ ਸਖਾ ਜਾਣੇ। ਸਿੱਖ ਹੀ ਜਿਹੜੇ ਹਨ ਨਾ, ਸਿੰਘ, ਇਹੀ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਆਪਣਾ ਰਿਸ਼ਤੇਦਾਰ ਜਾਣਨ, ਕਿਉਂਕਿ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਇਹ ਗੁਰਸਿੱਖ ਹਨ ਨਾ ਬਸੰਬਰ ਦਾਸ, ਇਹ ਸਾਨੂੰ ਪੁੱਤਰਾਂ ਤੋਂ ਵੀ ਵੱਧ ਪਿਆਰੇ ਹਨ। ਫਿਰ ਗਰੀਬ ਨਵਾਜ ਸਤਿਗੁਰੂ ਕਹਿੰਦੇ ਜੇ ਮੇਰਾ ਧਿਆਨ ਕਰਨਾ ਹੈ ਨਾ, ਸਾਡੇ ਸਰੂਪ ਦਾ ਦਰਸ਼ਨ ਕਰਨਾ ਹੈ ਬਸੰਬਰ ਦਾਸ, ਤਾਂ ਸਾਡੇ ਖਾਲਸੇ ਦੇ ਵਿੱਚ ਹੀ ਸਾਡਾ ਦਰਸ਼ਨ ਹੁੰਦਾ ਹੈ। ਅੱਜ ਉਹ ਸਿੰਘ ਬੈਠੇ ਹੋਏ ਗੁਰਬਾਣੀ ਕੀਰਤਨ ਸੁਣਦੇ ਆ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੰਗਤ ਕਰਦੇ ਹਨ, ਇਹਨਾਂ ਵਿੱਚ ਹੀ ਅਸੀਂ ਵਸਦੇ ਹਾਂ। ਜੇ ਸਾਡਾ ਧਿਆਨ ਕਰਨਾ ਹੈ ਤੇ ਮਹਾਰਾਜ ਕਹਿੰਦੇ ਸਿੱਖ ਦੇ ਸਰੂਪ ਵਿੱਚ ਹੀ ਸਾਡਾ ਜਿਹੜਾ ਵਾਸਾ ਹੈ। ਸੇਵੈ ਸਿੱਖ ਨਿਜ ਰੂਪ ਕੋ, ਸਿੱਖ ਸੁੱਖਾਂ ਕੀ ਖਾਨ। ਜੇ ਸੁੱਖਾਂ ਦੀ ਖਾਨ ਚਾਹੀਦੀ ਹੈ ਤੇ ਸਿੱਖ ਨੂੰ ਮੇਰਾ ਰੂਪ ਜਾਣ ਕਰਕੇ ਸੇਵਾ ਕਰੇ। ਇੱਕ ਸਿੱਖ ਦੀ ਸੇਵਾ ਇਉਂ ਕਰੇ ਜਿਵੇਂ 10ਵੇਂ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕੀਤੀ ਹੋਵੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਿੰਘ ਦੀ ਸੇਵਾ ਕਰੋਗੇ, ਇੱਕ ਸਿੰਘ ਨੂੰ ਸਾਡਾ ਰੂਪ ਕਰਕੇ ਜਾਣਨਾ, ਸਾਡਾ ਰੂਪ ਕਰਕੇ ਜਾਣੋਗੇ ਸਾਡਾ ਦਰਸ਼ਨ ਪ੍ਰਾਪਤ ਹੋਵੇਗਾ। ਸੁਣੋ ਬਸ਼ੰਬਰ ਕੋਡੀਆਂ, ਨਿਤ ਗੁਰੂ ਹਿਤ ਪਾਂਚ। ਅੱਗੇ ਸੱਜੇ ਪਾਤਸ਼ਾਹ ਮਹਾਰਾਜ ਜੀ ਦੱਸਦੇ ਹਨ ਬਸੰਬਰ ਦਾਸ ਨੂੰ ਦਾਨ ਪੁੰਨ ਕਰਨ ਵਾਸਤੇ ਸਤਿਗੁਰੂ ਜੀ ਪ੍ਰੇਰਦੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਚੋਣਵੇਂ ਬਚਨ ਸਤਿਗੁਰੂ ਜੀ ਦੱਸ ਕਰਕੇ ਫਿਰ ਅਗਲੇ ਪ੍ਰਸੰਗ ਵਿੱਚ 26 ਅਰਦਾਸਾਂ ਜਿਹੜੀਆਂ ਰਹਿੰਦੀਆਂ ਹਨ ਉਹ ਕਹਿਣਗੇ। 75 ਅਰਦਾਸਾਂ ਸਤਿਗੁਰੂ ਜੀ ਨੇ ਕਹਿ ਦਿੱਤੀਆਂ ਹਨ, 26 ਅਰਦਾਸਾਂ ਹੋਰ ਆਉਣਗੀਆਂ। ਕੁਝ ਚੋਣਵੇਂ ਬਚਨ ਬੜੇ ਹੀ ਸਿੱਖਿਆਦਾਇਕ ਇਸ ਪ੍ਰਸੰਗ ਵਿੱਚ ਆਉਣਗੇ, ਤਾਂ ਉਪਰੰਤ ਜਿਹੜੀਆਂ ਉਹ 26 ਅਰਦਾਸਾਂ ਆਰੰਭ ਹੋਣਗੀਆਂ ਅਗਲੇ ਪ੍ਰਸੰਗ ਦੇ ਅੰਦਰ। ਸੱਚੇ ਪਾਤਸ਼ਾਹ ਮਹਾਰਾਜ ਜੀ ਜਿਵੇਂ ਉਪਦੇਸ਼ ਦੇਣਗੇ ਸਰਵਣ ਕਰਾਂਗੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸਿੱਖ ਸਖਾ ਸੁਤ ਸਿੱਖ ਮਮ, ਸਿੱਖ ਹਮਾਰਾ ਧਿਆਨ। ਸੇਵੈ ਸਿੱਖ ਨਿਜ ਰੂਪ ਕੋ, ਸਿੱਖ ਸੁਖਾਂ ਕੀ ਖਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।